resolution of vectors, it is the phenomena of splitting a given vector into number of vectors such that they produce the same effect as that of given vector when combined together. ठीक है? So single vector that can be replaced by large number of vectors, okay, and they will produce the same effect when combined together. So a given vector can be resolved into infinite number of vectors and the vectors into which a given vector is resolved are called its components. ठीक. So resolution of vectors ਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਪਾਰਟ ਹੈ ਉਹ ਕੀ ਹੈ, ਰੈਕਟੈਂਗੂਲਰ ਕੰਪੋਨੈਂਟਸ. ਠੀਕ ਹੈ, ਇਹ ਬਹੁਤ ਇੰਪੋਰਟੈਂਟ ਆ. ਜਿੱਦਾਂ ਆਪਾਂ ਸਲੋਪ ਐਂਡ ਡਾਇਰੈਕਸ਼ਨ ਫ੍ਰੀਕੁਐਂਟਲੀ ਯੂਜ਼ ਕਰਦੇ ਆ, ਡੈਰੀਵੇਟਿਵਸ ਫ੍ਰੀਕੁਐਂਟਲੀ ਯੂਜ਼ ਕਰਦੇ ਹੈਗੇ ਆ, ਸੇਮ ਰੈਕਟੈਂਗੂਲਰ ਕੰਪੋਨੈਂਟਸ ਹੈਗਾ ਆ. ਠੀਕ ਹੈ, ਫਿਜ਼ਿਕਸ ਦੇ 50 60 70% ਟੌਪਿਕਸ ਉਹ ਹੋਣੇ ਆ ਜਿਹਦੇ ਵਿੱਚ ਕਿ ਆਪਾਂ ਰੈਕਟੈਂਗੂਲਰ ਕੰਪੋਨੈਂਟਸ ਦੇ ਰਿਜ਼ਲਟਸ ਜਿਹੜੇ ਹੈਗੇ ਆ ਉਹ ਯੂਜ਼ ਕਰਨੇ ਹੈਗੇ ਆ. ਠੀਕ ਹੈ, ਤੋ ਇਹ ਜਨਰਲਾਈਜ਼ਡ ਹੋ ਗਿਆ. ਠੀਕ ਹੈ, ਤੋ ਜਨਰਲਾਈਜ਼ਡ ਕੀ ਹੋ ਗਿਆ, ਕੰਪੋਨੈਂਟਸ ਕਰਦੇ ਆ. ਤੋ ਰੈਕਟੈਂਗੂਲਰ ਕੰਪੋਨੈਂਟਸ ਦੇ ਵਿੱਚ ਐਕਚੁਅਲੀ ਆਪਾਂ ਦੋ ਟਾਈਪ ਦੇ ਕੋਆਰਡੀਨੇਟ ਸਿਸਟਮ ਪੜ੍ਹਦੇ ਹੈਗੇ. ਠੀਕ ਹੈ, ਤੋ ਆਪਾਂ ਕਾਰਟੀਜ਼ੀਅਨ ਕੋਆਰਡੀਨੇਟ ਸਿਸਟਮ ਤਾਂ ਪਤਾ ਹੈ ਨਾ. ਯੈਸ ਸਰ. तो कार्टेशियन कोऑर्डिनेट्स दैट इज एक्स वाई जेड ਦੇ ਨਾਲ ਆਪਾਂ ਇਹਨਾਂ ਨੂੰ ਡੋਨੇਟ ਕਰ ਦਿੰਨੇ ਹੈਗੇ ਆ, एक्स वाई एंड जेड. ਠੀਕ ਹੈ, तो ਆ ਹੋ ਗਿਆ कार्टेशियन कोऑर्डिनेट्स. ਹੁਣ ਆਪਾਂ ਕੁਝ ਇੱਕ ਪੋਜੀਸ਼ਨਸ ਆ ਜਿਹੜੀਆਂ ਕਿ ਆਪਾਂ ਐਂਗਲ ਦੀਆਂ ਟਰਮਸ ਚ ਦੱਸਦੇ ਹੈਗੇ. ਠੀਕ ਹੈ, ਉਹ ਲੈਟੀਟਿਊਡ, ਜਿਹੜੀ ਟ੍ਰੋਪੀਕਲ ਲਾਈਨ, ਕੈਂਸਰ ਲਾਈਨ, ਉਹ ਸਾਰੇ ਤੁਸੀਂ ਦੇਖਿਆ ਹੋਣਾ ਕਿ ਐਂਗਲ ਦੀਆਂ ਟਰਮਸ ਦੇ ਵਿੱਚ ਐਕਸਪਲੇਨ ਕਰਦੇ ਆ. ਈਵਨ ਜਦੋਂ ਫਲਾਈਂਗ ਆਬਜੈਕਟਸ ਨੂੰ ਵੀ ਡਿਫਾਈਨ ਕਰਦੇ ਆ ਲੋਕੇਸ਼ਨ ਤੋਂ ਐਂਗਲ ਦੀਆਂ ਟਰਮਸ ਕਰਦੇ ਹੈਗੇ. ਠੀਕ ਹੈ, ਤਾਂ ਇੱਕ ਆਪਣੇ ਕੋਲ ਕੋਆਰਡੀਨੇਟਸ ਕਿਹੜੇ ਹੈਗੇ ਆ, x y z ਕੋਆਰਡੀਨੇਟ, ਕਾਰਟੀਜ਼ੀਅਨ ਕੋਆਰਡੀਨੇਟਸ. ਇੱਕ ਕਿਹੜੇ ਕੋਆਰਡੀਨੇਟਸ ਹੋ ਗਏ, ਪੋਲਰ ਕੋਆਰਡੀਨੇਟਸ. ਠੀਕ ਹੈ, तो पोलर कोऑर्डिनेट्स ਆਪਾਂ ਬਹੁਤ ਯੂਜ਼ ਕਰਨੇ ਆ. ਤਾਂ ਪੋਲਰ ਕੋਆਰਡੀਨੇਟਸ ਕਿੱਥੇ ਯੂਜ਼ ਹੁੰਦੇ ਆ, ਇਨ ਅ ਪਲੇਨ. ਠੀਕ ਹੈ, ਇਨ ਅ ਪਲੇਨ ਦੈਟ ਇਜ਼ 2 ਡਾਇਮੈਂਸ਼ਨਲ ਸਰਫੇਸ. ਆਪਾਂ ਜਿਹੜੀ 2 ਡਾਇਮੈਂਸ਼ਨਲ ਸਰਫੇਸ ਜਿਹੜੀ ਹੈਗੀ ਡਿਸਕਸ ਕੀਤੀ ਹੈ ਨਾ, ਤੋ ਇਨ ਅ ਪਲੇਨ ਦੈਟ ਇਜ਼ 2 ਡਾਇਮੈਂਸ਼ਨਲ ਬੋਡੀ ਸਰਫੇਸ ਜਿਹੜੀ ਹੈਗੀ ਆ, ਉਹਦੇ ਵਿੱਚ ਆਪਾਂ ਐਂਗਲ ਦੀਆਂ ਟਰਮਸ ਜਦੋਂ ਆਪਾਂ ਯੂਜ਼ ਕਰਨਾ ਆ ਤਾਂ ਆਪਾਂ ਪੋਲਰ ਕੋਆਰਡੀਨੇਟਸ ਯੂਜ਼ ਕਰਨੇ ਹੈਗੇ. ਠੀਕ ਹੈ, तो एक एक्स वाई एंड जेड, दूसरा ਅਸੀਂ ਐਂਗਲ ਦੀਆਂ ਟਰਮਸ ਚ ਐਕਸਪਲੇਨ ਕਰਦੇ ਆ ਪੋਜੀਸ਼ਨ ਨੂੰ, that is ਥੀਟਾ. तो ਆਪਾਂ ਇੱਥੇ ਜਿਹੜੇ ਰੈਕਟੈਂਗੂਲਰ ਕੰਪੋਨੈਂਟਸ ਕਰਨੇ ਆ, ਦੋ ਕੰਪੋਨੈਂਟਸ ਆਪਾਂ ਇੱਥੇ ਜਿਹੜੇ ਹੈਗੇ ਆ ਕੋਆਰਡੀਨੇਟਸ ਡਿਸਕਸ ਕਰਨੇ ਹੈਗੇ ਆ. ਇੱਕ ਕਾਰਟੀਜ਼ੀਅਨ ਕੋਆਰਡੀਨੇਟਸ एक्स वाई एंड जेड, ਉਹਦੇ ਨਾਲ ਅਸੀਂ ਬਹੁਤ ਚੰਗੀ ਤਰ੍ਹਾਂ ਫੈਮਿਲੀਅਰ ਹੈਗੇ ਆ, ਤਾਂ ਹੁਣ ਆਪਾਂ ਕਰ ਚੁੱਕੇ ਹਾਂ. और कार्टेशियन कोऑर्डिनेट्स एक्स वाई जेड ਨੂੰ ਆਪਾਂ ਐਕਸਪ੍ਰੈਸ ਕਰਨਾ ਆ in terms of polar coordinates, that is in terms of theta. ਤੀਸਰੇ ਇੱਕ ਹੋਰ ਹੁੰਦੇ ਆ spherical polar coordinates. ਠੀਕ ਹੈ, ਤਾਂ spherical polar coordinates ਆਪਾਂ 3 dimension ਚ ਯੂਜ਼ ਕਰਦੇ ਹਾਂ. ਠੀਕ ਹੈ, ਤਾਂ spherical polar coordinates, ਠੀਕ ਹੈ, ਇਹ 3 ਡਾਇਮੈਂਸ਼ਨ ਦੇ ਵਿੱਚ ਯੂਜ਼ ਹੁੰਦੇ ਹੈਗੇ ਆ. ਉਹਦੇ ਵਿੱਚ ਐਂਗੂਲਰ ਇੱਕ ਹੋਰ ਫਾਈ ਟਰਮ ਜਿਹੜੀ ਹੈਗੀ ਆ ਉਹ ਐਡ ਹੋ ਜਾਂਦੀ ਹੈਗੀ ਆ.
ਆਪਣੇ +1 +2 ਦੇ ਸਿਲੇਬਸ ਦੇ ਵਿੱਚ ਪਹਿਲੇ ਦੋ ਟਾਈਪ ਦੇ ਹੀ ਕੋਆਰਡੀਨੇਟਸ ਹੈਗੇ ਆ, ਕਾਰਟੀਜ਼ੀਅਨ ਕੋਆਰਡੀਨੇਟਸ ਐਂਡ ਪੋਲਰ ਕੋਆਰਡੀਨੇਟਸ। ਸਫੈਰੀਕਲ ਪੋਲਰ ਕੋਆਰਡੀਨੇਟਸ 3 ਡਾਈਮੈਂਸ਼ਨਲ ਮੋਸ਼ਨ ਦੇ ਵਿੱਚ ਆਪਾਂ ਇੱਥੇ ਨਹੀਂ ਯੂਜ਼ ਕਰਦੇ ਹੈਗੇ, ਠੀਕ ਹੈ। NCERT ਐਗਜ਼ਾਮਪਲਰ ਦੇ ਵਿੱਚ ਕੁਐਸਚਨ ਹੈਗਾ ਆ ਰਿਲੇਟਡ ਟੂ ਸਫੈਰੀਕਲ ਪੋਲਰ ਕੋਆਰਡੀਨੇਟਸ, ਪਰ ਆਪਣੇ ਕੋਲ ਡਾਇਰੈਕਟ ਟੌਪਿਕ ਨਹੀਂ ਆ। तो अगर तुसी एग्जाम्पलर करोगे तो एग्जाम्पलर दा लास्ट सेकंड लास्ट क्वेश्चन जिहड़ा आ ਉਹ ਇਹਦੇ ਬੇਸ ਦੇ ਉੱਪਰ ਹੀ ਆ, ਸਫੈਰੀਕਲ ਪੋਲਰ ਕੋਆਰਡੀਨੇਟਸ ਦੇ ਵਿੱਚ ਹੈਗਾ, ਠੀਕ ਹੈ। ਤਾਂ ਜਦੋਂ ਤੁਸੀਂ ਕਰੋਗੇ ਤਾਂ ਫਿਰ ਆਪਾਂ ਉਹ ਐਜ਼ ਅ ਪ੍ਰੋਬਲਮ ਜਿਹੜਾ ਹੈਗਾ ਆ ਉਹ ਡਿਸਕਸ ਕਰਾਂਗੇ, ਠੀਕ ਹੈ। ਸੋ ਕਾਰਟੀਜ਼ੀਅਨ ਕੋਆਰਡੀਨੇਟਸ ਤੇ ਪੋਲਰ ਕੋਆਰਡੀਨੇਟਸ ਇਹ ਆਪਾਂ ਬਹੁਤ ਫ੍ਰੀਕੁਐਂਟਲੀ ਯੂਜ਼ ਕਰਨੇ ਆ, ਠੀਕ ਹੈ। ਔਰ ਇਹ ਫ੍ਰੀਕੁਐਂਟਲੀ ਯੂਜ਼ ਕਰਨੇ ਹੈਗੇ ਔਰ ਇਹਦੇ ਨਿਊਮੈਰੀਕਲਸ ਵੀ ਹੈਗੇ ਆ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਸਮਝਣਾ ਆ, ਠੀਕ ਹੈ। ਸੋ rectangular components, ਹੁਣ ਤੋਂ rectangular components ਦੀਆਂ ਟਰਮਸ ਹੀ ਆਪਾਂ ਜਿਹੜਾ ਹੈਗਾ ਆ ਉਹ ਐਕਸਪਲੇਨ ਕਰਨਾ ਹੈ। ਤਾਂ ਇੱਕ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਕੰਪੋਨੈਂਟਸ ਹੁੰਦੇ ਆ, ਕਿ ਕੋਈ ਗਿਵਨ ਵੈਕਟਰ ਹੈ ਤਾਂ ਕੋਈ ਗਿਵਨ ਵੈਕਟਰ ਨੂੰ ਆਪਾਂ ਪਾਰਟਸ ਦੇ ਵਿੱਚ ਬ੍ਰੇਕ ਕਰ ਸਕਦੇ ਹੈਗੇ, ਠੀਕ ਹੈ। ਤਾਂ ਪਾਰਟਸ ਦੇ ਵਿੱਚ ਬ੍ਰੇਕ ਕਰਨ ਦੇ ਲਈ ਕੀ ਹੋ ਗਿਆ ਕਿ ਇੱਥੇ ਆ ਸਾਡੇ ਕੋਲ ਕੋਈ ਵੈਕਟਰ ਹੋ ਗਿਆ ए वेक्टर, ठीक है। तो ए वेक्टर हो गया ਜਿਹੜਾ ਕਿ ਐਕਟ ਕਰਦਾ ਪਿਆ ਆ XY ਪਲੇਨ ਦੇ ਵਿੱਚ, ਠੀਕ ਹੈ। XY ਪਲੇਨ ਦੇ ਵਿੱਚ ਹੋ ਗਿਆ। ਹੁਣ ਆਪਾਂ ਇਹਨੂੰ ਕੰਪੋਨੈਂਟਸ ਦੇ ਵਿੱਚ ਬ੍ਰੇਕ ਕਰਨਾ ਹੋਵੇ ਤਾਂ ਆਪਾਂ ਇਹਨੂੰ ਕੀ ਕਰ ਸਕਦੇ ਆ ਕਿ ਆ ਲੈਂਥ ਹੈਗੀ ਆ, ਇਹਨੂੰ ਆਪਾਂ ਦੋ ਪਾਰਟਸ ਇਦਾਂ ਬ੍ਰੇਕ ਕਰ ਸਕਦੇ ਹੈਗੇ, ਠੀਕ ਹੈ। ਤਾਂ ਇਹਦੇ ਕੰਪੋਨੈਂਟਸ ਹੋ ਗਏ, ठीक है। या ਆਪਾਂ ਇਹਨੂੰ ਤਿੰਨ ਪਾਰਟਸ ਵੀ ਬ੍ਰੇਕ ਕਰ ਸਕਦੇ ਹਾਂ ਤਾਂ ਇਹ ਵੀ ਕੰਪੋਨੈਂਟਸ ਹੋ ਗਏ, ਠੀਕ ਹੈ। ਤਾਂ ਗਿਵਨ ਵੈਕਟਰ ਜਾਂ ਚਾਰ ਪਾਰਟਸ ਦੇ ਵਿੱਚ ਹੋ ਗਏ, ਤਾਂ ਇਹ ਕੀ ਹੈਗੇ ਆ ਕੰਪੋਨੈਂਟਸ, ਠੀਕ ਹੈ। ਹੁਣ ਅਗਰ ਕੰਪੋਨੈਂਟਸ ਪਾਰਟਿਕੂਲਰਲੀ ਰਾਈਟ ਐਂਗਲ ਦੇ ਉੱਪਰ ਹੋਣ ਤਾਂ ਉਹ ਕੀ ਹੋ ਗਏ ਰੈਕਟੈਂਗੂਲਰ ਕੰਪੋਨੈਂਟਸ, ਠੀਕ ਹੈ। ਤਾਂ ਅਗਰ ਕਿਸੇ ਵੈਕਟਰ ਨੂੰ ਅਸੀਂ ਰਿਜ਼ੋਲਵ ਕਰਦੇ ਹੈਗੇ ਆ, ਠੀਕ ਹੈ, ਮਤਲਬ ਕਿ ਆ A ਵੈਕਟਰ ਹੈ, ਠੀਕ ਹੈ। ਹੁਣ A ਵੈਕਟਰ ਆ ਹੋ ਗਿਆ ਔਰ A ਵੈਕਟਰ ਨੂੰ ਆਪਾਂ O ਤੇ ਇਹ ਸਾਡੇ ਕੋਲ ਹੋ ਗਿਆ ਸੇ P, OP ਹੋ ਗਿਆ। P ਪੁਆਇੰਟ ਤੱਕ ਜਾਣ ਦੇ ਲਈ ਆਪਾਂ ਜਾਂ ਤਾਂ ਇਦਾਂ ਫੋਲੋ ਕਰ ਸਕਦੇ ਹਾਂ, O ਤੋਂ Q ਗਏ, Q ਤੋਂ P ਤੇ ਚਲੇ ਗਏ, ਠੀਕ ਹੈ। ਤਾਂ ਆ ਜਦੋਂ ਅਸੀਂ ਦੋ ਪਾਰਟਸ ਇਹਨੂੰ ਬ੍ਰੇਕ ਕਰਨਾ ਆ ਜਿਹੜੇ ਕਿ ਰਾਈਟ ਐਂਗਲ ਦੇ ਉੱਪਰ ਆ ਤਾਂ ਉਹਨਾਂ ਨੂੰ ਕੀ ਕਹਿ ਦਿੰਦੇ ਆ ਰੈਕਟੈਂਗੂਲਰ ਕੰਪੋਨੈਂਟਸ, ਠੀਕ ਹੈ। when the resolved components are at right angle to each other then they are called rectangular components, ਠੀਕ ਹੈ। ਜਿਹੜੇ ਕੰਪੋਨੈਂਟਸ ਹੈਗੇ ਆ ਦੇਖ ਨਹੀਂ ਫੋਨ ਤੇ ਦੇਖ ਲਓ, ਠੀਕ ਹੈ। ਜਿਹੜੇ ਕੰਪੋਨੈਂਟਸ ਹੈਗੇ ਆ that could be infinite, ठीक है। कंपोनेंट्स इनफाइनाइट हो सकते हैं पर रेक्टेंगुलर कंपोनेंट्स इन प्लेन दो ही होंगे, ठीक है। सो व्हाट आर द मैक्सिमम नंबर ऑफ रेक्टेंगुलर कंपोनेंट्स इन अ प्लेन, ओ की होगा 2, ठीक है। अदरवाइज 3 डायमेंशनल सरफेस है तो रेक्टेंगुलर कंपोनेंट्स कितने होंगे मैक्सिमम 3, ठीक है। खाली कंपोनेंट आ गया तो इट कुड बी इनफाइनाइट, ठीक है। तो आ जिहड़ा ਅਸੀਂ ਹੁਣ ਅੱਜ ਡਿਸਕਸ ਕਰਨਾ ਹੈਗਾ ਆ कि when the resolved components of a given vector are at right angle to each other then they are called its rectangular components. So likhiyo when a vector in a plane is splitted into two component vectors at right angle to each other, at right angle to each other are called rectangular components of vector, rectangular components of vector. So ਇਹਨੂੰ ਦੋ ਪਾਰਟਸ ਚ ਬ੍ਰੇਕ ਕਰ ਲਿਆ, ਇੱਕ ax ਵੈਕਟਰ ਹੋ ਗਿਆ ਤੇ ਦੂਸਰਾ ay ਵੈਕਟਰ ਹੋ ਗਿਆ,
So लिखे consider a vector in xy plane represented by the side OP vector. Suppose it makes an angle theta. Suppose it makes an angle theta with x-axis. ठीक है. So a x vector ਨੂੰ ਆਪਾਂ ਰਿਪਰੈਜ਼ੈਂਟ ਕਰਤਾ OQ ਦੇ ਨਾਲ ਤੇ ਇਹ ਆਪਣੇ ਕੋਲ ਰਿਪਰੈਜ਼ੈਂਟ ਹੋ ਗਿਆ AY ਜੋ ਹੈ ਇਹ ਹੋ ਗਿਆ AR ਦੇ ਨਾਲ. So let AX vector and AY vector, let AX vector and AY vector be components along x-axis and y-axis respectively. Be the components along x-axis and y-axis respectively. Represented by the sides OQ vector and OR vector. Just जो diagram है अपन उन्हें explain कर दे पे. Then complete the parallelogram OPQR. Complete the parallelogram OPQR. Then from the diagram, OQ vector equal to RP vector. ठीक है, OQ vector ते ए हो गया RP vector. RP vector is equal to AX vector and OR vector is equal to QP vector. OR vector equal to QP vector is equal to AY vector. ठीक है, डायग्राम नोट करियो ते डायग्राम कंप्लीट करियो. सर ਜਿਹੜੇ ਕੰਪੋਨੈਂਟਸ ਹੁੰਦੇ ਆ ਉਹ ਹਮੇਸ਼ਾ ਵੈਕਟਰਸ ਹੀ ਹੁੰਦੇ ਆ? ਹਾਂਜੀ ਹਾਂਜੀ. Excuse me, sir. ਹਾਂਜੀ बेटा. So डायग्राम कंप्लीट कर लीजिए. ठीक है, using triangle law of vector addition in triangle OPQ. OPQ and OPQ ਦੇ ਵਿੱਚ ਰਿਜ਼ਲਟੈਂਟ ਕਿਹੜਾ ਹੋਏਗਾ? A vector. OP vector, that is A vector. ठीक है, so ये अपने कोल की हो गया OP vector is equal to OQ vector plus QP vector. और OQ vector के दे इक्वल है गया AX vector दे ते QP vector के दे इक्वल हो गया AY vector. नोट करिए. कि अपने कोल इत्थे जो है एक ही रिकॉर्डिंग सॉरी मैग्नीट्यूड ऑफ वेक्टर, ए ज्योमेट्रिकल इंटरप्रिटेशन ऑफ वेक्टर्स है. ठीक है, ज्योमेट्रिकल इंटरप्रिटेशन किया है कि ए एक्स वाई. ठीक है, तो लेंथ ऑफ द वेक्टर ए के रिप्रेजेंट करता मैग्नीट्यूड. ठीक है, और नाल किया डायरेक्शन. तो ए एक्स एक्सिस दे अलोंग आ, ए वाई वैक्टर दे अलोंग है, ए वैक्टर इन बिटवीन किते एंगल दे उपर जिहड़ा हैगा आ. ठीक है, सो इत्थे ए एक्स वैक्टर है तो इहदे विच मैग्नीट्यूड भी है ते डायरेक्शन भी है. ठीक है, हुण मैग्नीट्यूड कितना आ ए एक्स, दैट इज लेंथ ऑफ वैक्टर, और डायरेक्शन किहड़ी आ एक्स एक्सिस. तो डायरेक्शन लई आपां की रिप्रेजेंट करदे आ आई कैप, जे कैप, के कैप.
तो आई कैप की आ यूनिट वैक्टर अलोंग एक्स एक्सिस, ठीक है। तो इनू आपां की लिख सकते हैं ए एक्स आई कैप प्लस ए वाई जे कैप। तो ए एक्स की हो गया मैग्नीट्यूड, तो ए एक्स की हो गया मैग्नीट्यूड दैट इज लेंथ ऑफ वेक्टर, आई कैप की हो गया डायरेक्शन, ठीक है। मतलब कि फॉर एग्जांपल इफ अ फोर्स ऑफ 2 न्यूटन इज एक्टिंग अलोंग एक्स एक्सिस, तो आप इनू की लिख सकते हैं 2 आई कैप, ठीक है। तो अगर इहदा कुछ पार्ट वाई एक्सिस दे अलोंग है तो एक ही हो जाएगा 3 जे कैप, ठीक है। तो जदों भी हुण आपां नूं ना कोई फिजिकल क्वांटिटी गिवन है, ठीक है, फिजिकल क्वांटिटी गिवन है से फोर्स, तो फोर्स नूं आपां लिखना या इन कंपोनेंट फॉर्म। तो फोर्स नूं आपां रादर कार्टेशियन कंपोनेंट्स आपां चलदे पे फिलहाल पोलर ते नहीं आए हैगे, तो एक ही होएगा एफ एक्स आई कैप प्लस एफ वाई जे कैप, ठीक है। तो सिमिलरली वेलोसिटी है तो वी एक्स आई कैप प्लस वी वाई जे कैप जड़ा हैगा, ठीक है। तो मैग्नीट्यूड एज वेल एज डायरेक्शन, ठीक है। तो डायरेक्शन ਲਈ ਆਪਾਂ ਕਿਹੜੇ ਵੈਕਟਰਸ ਯੂਜ਼ ਕਰਦੇ ਹੈਗੇ ਆ आई कैप जे कैप के कैप इन 3 डायमेंशन ਜਿਹੜਾ ਆ ਉਹ के कैप ਆਏਗਾ। ਫਿਲਹਾਲ ਆਪਾਂ ਇਨ ਪਲੇਨ ਪੜਦੇ ਪਏ ਆ ਤਾਂ 2 डायमेंशंस ਜਿਹੜਾ ਆ ਉਹ ਹੋਏਗਾ, ਠੀਕ ਹੈ। ਸੋ ਇਹਦੇ ਵਿੱਚ ਹੁਣ ਇੱਕ ਪੁਆਇੰਟ ਆਪਣੇ ਕੋਲ ਆ ਹੋ ਗਿਆ, तो फोर्स ਨੂੰ ਆਪਾਂ ਕੰਪੋਨੈਂਟਸ ਦੇ ਵਿੱਚ ਜਿਹੜਾ ਹੈਗਾ ਆ ਉਹ ਬ੍ਰੇਕ ਕਰ ਲਿਆ, ਠੀਕ ਹੈ। तो ਇਹਦਾ ਮੈਗਨੀਟਿਊਡ ਆ, तो मैग्नीट्यूड ਦੇ ਲਈ ਆਪਾਂ ट्रायंगल ਲਾ ਵੀ ਯੂਜ਼ ਕਰ ਸਕਦੇ ਇੱਥੇ। तो ट्रायंगल ਲਾ ਕੀ ਹੋਏਗਾ ax² plus ay² plus 2ax ay, एंगल ਕਿੰਨਾ ਹੋ ਗਿਆ ax ਤੇ ay ਦੇ ਵਿੱਚ 90, ਠੀਕ ਹੈ। ਇੱਕ ਹੋਰ ਆਪਾਂ ਪਿਛਲੇ ਕੇसेस ਦੇ ਵਿੱਚ ਜਿਹੜਾ एंगल ਹੈਗਾ ਆ रिजल्टेंट ਦਾ बीटा ਚੂਜ਼ ਕਰਦੇ ਆ ਤੇ ਥੀਟਾ ਜਿਹੜਾ ਆ ਬਿਟਵੀਨ ਦ ਟੂ ਗਿਵਨ ਵੈਕਟਰਸ ਚੂਜ਼ ਕਰਦੇ ਹੈਗੇ। ਇੱਥੇ ਰਿਜ਼ਲਟੈਂਟ ਕਿਹੜਾ ਆ a ਵੈਕਟਰ ਆ ਇੱਕ ਟਾਈਪ ਨਾਲ, ਤੇ ਉਹਦੇ ਨਾਲ ਐਂਗਲ ਜਿਹੜਾ ਆ ਉਹ ਬੀਟਾ ਦੀ ਬਜਾਏ ਕਿਹੜਾ ਹੋ ਗਿਆ ਥੀਟਾ। ਔਰ ਆ ਜਿਹੜਾ ਰੈਕਟੈਂਗੂਲਰ ਕੰਪੋਨੈਂਟਸ ਹੈ ਤਾਂ ਫਿਕਸ ਹੋਣਾ 90 ਹੋਣਾ ਆ ਹਮੇਸ਼ਾ, तो ਜਿਹੜਾ ਥੀਟਾ ਆ ਉਹ ਆਪਾਂ 90 ਕਰਦੇ ਪਏ, ਠੀਕ ਹੈ। ਸੋ ਇਹ ਕਨਫਿਊਜ਼ ਨਹੀਂ ਕਰਨਾ ਆਪਣੇ ਆਪ ਨੂੰ ਕਿ ਅੱਛਾ ਇਹ ਜਿਹੜਾ ਥੀਟਾ ਸੀਗਾ ਇਹ ਤਾਂ ਦੋ ਵੈਕਟਰਸ ਦੇ ਵਿੱਚ ਆ, ਹੁਣ ਆਪਾਂ ਰਿਜ਼ਲਟੈਂਟ ਦੇ ਨਾਲ ਜਿਹੜਾ ਹੈਗਾ ਉਹ ਯੂਜ਼ ਕਰਦੇ ਪਏ ਹੈਗੇ, ਠੀਕ ਹੈ। ਸੋ ਮੈਗਨੀਟਿਊਡ ਦੇ ਵਿੱਚ 2ax ay cos 90 ਆ ਜਾਏਗਾ, तो cos 90 ਜਿਹੜਾ ਹੈ ਉਹ ਕਿੰਨਾ ਹੁੰਦਾ ਹੈ 0, तो ਇਹਦਾ ਮਤਲਬ op² is equal to oq² plus qp² plus 2oq into qp into cos 90 ਵੀ ਹੋਏਗਾ, ਪਰ ਆਪਾਂ ਨੂੰ ਪਤਾ ਹੈ ਕਿ cos 90 0 ਆ, तो ਇਸ तो that is a² is equal to ax² plus ay², that is a is equal to ax² plus ay² the whole under root, ठीक है। तो ये जड़ा ਆਪਾਂ ਕੀਤਾ ਹੈ रेक्टेंगुलर कंपोनेंट्स ਕੀਤਾ ਹੈ इन कार्टेशियन कोऑर्डिनेट्स ਕੀਤਾ है। a वेक्टर, ठीक है, ਉਹਦਾ मैग्नीट्यूड ਕੀ ਹੋ ਗਿਆ ax² plus ay², ठीक है। तो एक ਆਪਾਂ डायरेक्शन भी कर ਦਿੰਦੇ, डायरेक्शन ਕਿਹਦੇ ਨਾਲ ਚੂਜ਼ ਕਰਦੇ ਆ sin cos के tan डेरिवेशन है, तो ਆਪਾਂ tan ਦੇ ਨਾਲ ਜਿਹੜਾ ਆ ਉਹ ਚੂਜ਼ ਕਰਦੇ। तो in right angle triangle डायरेक्शन, तो डायरेक्शन ਦੇ ਲਈ in right angle triangle QOP, तो tan थीटा किहदे इक्वल हो जाएगा QP ओवर OQ, परपेंडिकुलर ओवर बेस, तो tan थीटा डायरेक्शन किहदे इक्वल होगी AY ओवर AX, ठीक है। तो न्यूमेरिकल्स ਦੇ ਲਈ ਜਦੋਂ ਅਸੀਂ डायरेक्शन ਚੂਜ਼ ਕਰਨੀ sin cos tan ਜਿੱਦਾਂ ਮਰਜ਼ੀ ਚੂਜ਼ ਕਰ ਲਓ, ठीक है। तो ਇੱਥੇ ਆਪਾਂ ਜਿਹੜਾ ਹੈਗਾ ਆ ਡੈਰੀਵੇਸ਼ਨ ਦੇ ਵਿੱਚ ਹਮੇਸ਼ਾ tan ਹੀ ਯੂਜ਼ ਕਰਨਾ ਹੈ, ਠੀਕ ਹੈ। ਸੋ ਨੋਟ ਕਰੋ। ਸੋ ਪੋਲਰ ਕੋਆਰਡੀਨੇਟਸ ਕਾਰਟੇशियन ਕੋਆਰਡੀਨੇਟਸ ਦੇ ਵਿੱਚ ਕਾਰਟੇशियन ਕੋਆਰਡੀਨੇਟਸ ਦੀਆਂ ਟਰਮਸ ਚ ਕੀ ਹੋ ਗਿਆ ਮੈਗਨੀਟਿਊਡ ਹੋ ਗਿਆ। तो ਪਹਿਲਾਂ ਅਗਰ ਆਪਾਂ ਨੂੰ ਇਹ ਆ ਗਿਆ कि गिवन वेक्टर इज से वेलोसिटी, राइट इट इन द कंपोनेंट फॉर्म, तक की हो जाएगा vx i कैप प्लस vy j कैप, मैग्नीट्यूड ऑफ वेलोसिटी की हो जाएगा v इज इक्वल टू vx² प्लस vy², डायरेक्शन की हो गई vy ओवर vx, ठीक है। तो ਆਪਾਂ कार्टेशियन कोऑर्डिनेट्स ਦੇ ਟਰਮਸ ਜਿਹੜਾ ਆ ਉਹਨੂੰ ਐਕਸਪ੍ਰੈਸ ਕੀਤਾ ਆ। ਹੁਣ ਆਪਾਂ ਕਿਹੜੀਆਂ ਟਰਮਸ ਚ ਕਰਨਾ ਹੈਗਾ ਆ ਪੋਲਰ ਕੋਆਰਡੀਨੇਟਸ ਦੀਆਂ ਟਰਮਸ,
ठीक है, तो इन पोलर कोऑर्डिनेट्स। नोट कर लिया जी? Yes, sir. Yes, sir. ठीक है, हुण ਇਹਦੇ ਵਿੱਚ ਕੀ ਹੈ ਕਿ पोलर कोऑर्डिनेट्स मतलब कि ਅਸੀਂ ax ਤੇ ay ਤੇ ay ਇਹਨੂੰ ਐਕਸਪ੍ਰੈਸ ਕਰਨਾ in terms of theta and a, ठीक है, तो ax ਨੂੰ in terms of a and theta, ay ਨੂੰ in terms of a and theta, तो ਇਹ polar coordinates ਹੋ ਗਏ, ठीक है। ਹੁਣ ax ਤੇ ay ਚ ਰਿਲੇਸ਼ਨ ਜਦੋਂ ਆਪਾਂ ਜਦੋਂ ਟ੍ਰਾਇੰਗਲ ਲਾ ਆਫ ਵੈਕਟਰ ਐਡੀਸ਼ਨ ਕੀਤਾ ਸੀ ਉਦੋਂ ਵੀ ਡਿਸਕਸ ਕੀਤਾ ਸੀ ਕਿ ਅਗਰ ਦੋ ਲਾਈਨਸ ਐਂਗਲ ਤੇ ਆ ਤਾਂ ਆਪਾਂ ਉਹਨਾਂ ਚ ਰਿਲੇਸ਼ਨ ਕੈਲਕੂਲੇਟ ਕਰਨੀ ਆ, ਤਾਂ ਆਪਾਂ ਜਿਹੜਾ ਐਕਸਪ੍ਰੈਸ ਕਰਨਾ ਆ ਉਹ ਕਿਹਦੀਆਂ ਟਰਮਸ ਹੋਣਾ, ਸਾਈਨ ਕਾਜ਼ ਔਰ ਟੈਨ ਦੀਆਂ ਟਰਮਸ। ਅਗਰ ਐਂਗਲ ਦੇ ਉੱਪਰ ਸਟ੍ਰੇਟ ਲਾਈਨ ਆ ਤਾਂ ਸੇਮ ਡਾਇਰੈਕਸ਼ਨ ਚ ਤਾਂ ਆਪਾਂ ਪਲੱਸ ਮਾਈਨਸ ਕਰ ਸਕਦੇ ਆ, ਅਗਰ ਡਿਫਰੈਂਟ ਡਾਇਰੈਕਸ਼ਨਸ ਚ ਤਾਂ ਆਪਾਂ ਇਹ ਨਹੀਂ ਯੂਜ਼ ਕਰ ਸਕਦੇ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਟਰਮਸ ਚ ਅਸੀਂ ਐਕਸਪ੍ਰੈਸ ਕਰਨਾ ਆ ਉਹਨੂੰ ਰੱਖਦੇ ਡਿਨੋਮੀਨੇਟਰ ਚ, ਔਰ ਜਿਹਨੂੰ ਐਕਸਪ੍ਰੈਸ ਕਰਨਾ ਆ ਉਹਨੂੰ ਰੱਖਦੇ ਆ ਨਿਊਮਰੇਟਰ ਦੇ ਵਿੱਚ। तो ए अपने कोल किहदे इक्वल होएगा, साइन कॉस के टेन? Cos. कॉस, ठीक है, तो ए हो गया कॉस। तो सिमिलरली ए वाई ए किहदे इक्वल होएगा, Sin. साइन। तो ए इनू एक्सप्रेस करना है किहदियां टर्म्स च एक्सप्रेस करना है, ए दियां टर्म्स, तो ए अपने कोल की हो जाएगा साइन थीटा, ठीक है। So in right angle triangle OPQ या QOP, तो OQ over OP cos theta AX, तो A के इक्वल हो गया AX is equal to A cos theta, ठीक। तो सिंपल ए एंगल दी टर्म्स एक्सप्रेस हो गया, तो दैट इज पोलर कोऑर्डिनेट्स। नोट कर लियो, Done, sir. ठीक। हुण इदां ही AY हो जाऊगा, तो QP over OP is equal to sin theta and AY is equal to A sin theta, ठीक है। ਇਹ ਆਪਾਂ ਬਹੁਤ ਵਾਰੀ ਯੂਜ਼ ਕਰਨਾ ਹੈਗਾ, ਹਾਂਜੀ ਕੰਪੋਨੈਂਟਸ ਯੂਜ਼ ਕਰਨੇ ਆ, ਠੀਕ ਹੈ। ਤੇ ਉਦੋਂ ਆਪਾਂ ਇੱਥੇ ਸਿੱਧਾ ਇਹ ਸਾਈਨ ਕਾਜ਼ ਐਂਡ ਟੈਨ ਨਹੀਂ ਯੂਜ਼ ਕਰਨਾ ਹੈਗਾ, ਠੀਕ ਹੈ। ਤਾਂ ਉਦੋਂ ਆਪਾਂ ਨੂੰ ਸਿੰਪਲ ਇਹ ਪਤਾ ਹੋਣਾ ਕਿ ਆ ਆਪਣੇ ਕੋਲ ਆ, ਠੀਕ ਹੈ। ਤਾਂ ਜਿਹਦੇ ਨਾਲ ਤਾਂ ਐਂਗਲ ਬਣਦਾ ਆ, ਠੀਕ ਹੈ, ਤਾਂ ਜਿਹਦੇ ਨਾਲ ਐਂਗਲ ਬਣਦਾ ਹੈਗਾ ਆ, ਇੱਕ ਮਿੰਟ ਮੈਂ ਚਾਰਜਰ ਲੈ ਕੇ ਆਇਆ, ठीक है। दूसरा कंपोनेंट केड़ा हो गया Fy, ठीक है। सो Fx जेड़ा हैगा आ आपां की देखना, जिहदे नाल एंगल बनदा आ वो cos हो जाऊगा F cos थीटा, दूसरा केदा हो गया sin, ठीक है। आपां सिंपली यह देख लेना कि एंगल किहड़े एक्सिस नाल बनिया आ, जिहदे नाल एंगल बनिया आ उहदे नाल आपां cos लिख देना ते दूसरा sin। इत्थे भी ax सीगा तो ax cos थीटा आ गया, ay sin थीटा आ गया, यही थीटा रिप्लेस हो गया, थीटा इधर आ गया, ठीक है। ता थीटा इधर आ गया, तो इत्थे की आ जाना fy इज इक्वल टू f cos थीटा, तो fx इज इक्वल टू f sin थीटा, ठीक है जी। ਆਪਾਂ ਬਹੁਤ ਵਾਰੀ ਰਿਜ਼ਲਟ ਯੂਜ਼ ਕਰਨਾ ਆ, ਤਾਂ ਜਿੱਧਰ ਵੀ ਆਪਾਂ ਰਿਜ਼ੋਲਵ ਕਰਨਾ ਹੈਗਾ ਆ ਉਹ ਦੇਖ ਲੈਣਾ, ਠੀਕ ਹੈ। ਜਿਹੜੀ ਗਿਵਨ ਕੁਆਂਟੀਟੀ ਹੋਣੀ ਆ ਐਕਚੁਅਲ ਜਿਹੜੀ ਹੈਗੀ ਆ v ਜਾਂ f, ਉਹਨੇ ਹਮੇਸ਼ਾ ਕੰਪੋਨੈਂਟਸ ਦੇ ਵਿੱਚ ਹੋਣਾ ਆ,
ਕੰਪੋਨੈਂਟਸ ਹਮੇਸ਼ਾ ਜਿਹੜੇ ਆ ਉਹ ਰਾਈਟ ਐਂਗਲ ਦੇ ਉੱਪਰ ਹੋਣੇ ਆ, ਜਿਹੜੇ ਰੈਕਟੈਂਗੂਲਰ ਕੰਪੋਨੈਂਟਸ ਹੈਗੇ, ਠੀਕ ਹੈ। ਸੋ ਆਪਾਂ ਹੁਣ ਕੀ ਆ ਕਿ ਪਹਿਲਾਂ ਆਪਾਂ ਐਕਸਪ੍ਰੈਸ ਕੀਤਾ ਇਹਨਾਂ ਨੂੰ ਕਾਰਟੀਜ਼ੀਅਨ ਕੋਆਰਡੀਨੇਟਸ ਦੀਆਂ ਟਰਮਸ 'ਚ, ਹੁਣ ਆਪਾਂ ਕਿਹੜੀਆਂ ਟਰਮਸ 'ਚ ਐਕਸਪ੍ਰੈਸ ਕਰਨ ਲੱਗੇ ਆ, ਜਿਹੜਾ ਆ ਪੋਲਰ ਕੋਆਰਡੀਨੇਟਸ, ਠੀਕ ਹੈ। ਪਰ ਮੈਥ ਦੀ ਇੱਕ ਖਾਸੀਅਤ ਇਹ ਵੀ ਹੁੰਦੀ ਆ ਕਿ ਜੋ ਐਕਚੁਅਲ ਹੈ ਉਹ ਨਹੀਂ ਚੇਂਜ ਹੋਣਾ ਚਾਹੀਦਾ। ਤਾਂ ਉੱਥੇ ਮੈਗਨੀਟਿਊਡ ਕੀ ਸੀਗਾ, a is equal to ax square plus ay square ਦਾ ਅੰਡਰ ਰੂਟ। डायरेक्शन की सी tan थीटा is equal to ay over ax, तो ਇੱਥੇ ਵੀ ਇਹੀ ਆਉਣਾ ਚਾਹੀਦਾ ਹੈ ਆਪਣੇ ਕੋਲ, ਠੀਕ ਹੈ। तो ਜਦੋਂ ਵੀ ਦੋ ਟਰਮਸ ਆ तो ਆਪਾਂ ਮੈਗਨੀਟਿਊਡ ਦੇਖਣਾ, तो that is स्क्वायर करना ना ਆਪਾਂ, स्क्वायर एंड अंडर रूट, ठीक है। तो ਇੱਥੇ ਕੀ ਆ, स्क्वायरिंग एंड एडिंग 1 and 2, तो ਇਹ ਆਪਣੇ ਕੋਲ ਕੀ ਹੋ ਗਿਆ, ax square plus ay square, तो ax के दे इक्वल है a cos थीटा दे, a sin थीटा हो गया, नोट करियो जी इत्थे तक। तो cos स्क्वायर थीटा प्लस sin स्क्वायर थीटा के दे इक्वल हुंदा 1 ठीक है। सो नोट कर लिया जी। तो ax स्क्वायर a cos स्क्वायर थीटा प्लस sin स्क्वायर थीटा 1 हो गया, तो a जो है ये अपने कोल के दे इक्वल आ जाएगा ax स्क्वायर प्लस ay स्क्वायर। और डायरेक्शन दे लिए tan थीटा, तो sin थीटा है तो cos थीटा डिवाइडिंग, तो ay ओवर ax। सर पिक कर लो। सर डायरेक्शन, ठीक है। लिखियो जी डिवाइडिंग, तो पर डिवाइड करांगे ਉਹਨੂੰ ਤਾਂ ਕੀ ਆਏਗਾ ay sin थीटा over ax cos थीटा डिवाइडेड, ठीक है। एंड ਇੱਥੇ ਕੀ ਆ ਜਾਏਗਾ ਆਪਣੇ ਕੋਲ ay cos theta, ay is equal to a sin theta divided by ax is equal to a cos theta, ठीक है। तो ये भी tan थीटा आ जाएगा, ठीक। सो जो पोलर कोऑर्डिनेट्स है गया इन टर्म्स ऑफ थीटा एक्सप्रेस करता ਆਪਾਂ, और जो ਸਾਡੇ ਕੋਲ कार्टेशियन कोऑर्डिनेट्स है गया ਉਹਨਾਂ ਨੂੰ ਆਪਾਂ ਉਸ टाइप ਨਾਲ, ठीक है। आवाज मेरी आ रही है ना? Yes sir. Yes sir. Screen ही yes sir Screen नहीं आ नहीं रही हाँ ओके, बस थोड़ी। सो मीन टाइम च ना एक क्वेश्चन लिखियो, स्क्रीन आउंदी जब तक, ठीक है। सो क्वेश्चन लिखियो जी,